ਸਰਦਾਰ ਬਲਬੀਰ ਸਿੰਘ ਦੀ ਪਗੜੀ ਅਤੇ ਰੁਮਾਲਾ ਸਾਹਿਬ ਦੀ ਦੁਕਾਨ ਲੁਧਿਆਣਾ ਸ਼ਹਿਰ ਦੇ ਵਿੱਚ ਸਥਿਤ ਹੈ ਅਤੇ ਕੋਲ ਹੀ ਇੱਕ ਗੁਰਦੁਆਰਾ ਸਾਹਿਬ ਹੈ। ਬਲਬੀਰ ਸਿੰਘ ਜੀ ਦੱਸਦੇ ਨੇ ਕਿ ਮੈਂ ਇੱਕ ਦਿਨ ਆਪਣੀ ਦੁਕਾਨ ਦੇ ਉੱਤੇ ਲੇਟ ਪਹੁੰਚਿਆ। ਘਰ ਦੇ ਵਿੱਚ ਕੋਈ ਪ੍ਰੋਬਲਮ ਸੀ, ਸੋ ਮੈਂ ਲੇਟ ਦੁਕਾਨ ਖੋਲ੍ਹ ਰਿਹਾ ਸੀ ਅਤੇ ਪਰੇਸ਼ਾਨ ਵੀ ਸੀ। ਦੁਕਾਨ ਖੋਲ੍ਹਦਿਆਂ ਹੀ ਮੈਂ ਮੱਥਾ ਟੇਕਿਆ ਅਤੇ ਟੇਬਲ ਸਾਫ਼ ਕਰ ਰਿਹਾ ਸੀ ਕਿ ਇੱਕ ਕਾਲੇ ਰੰਗ ਦੀ ਵੱਡੀ ਜਿਹੀ ਗੱਡੀ ਮੇਰੀ ਦੁਕਾਨ ਦੇ ਸਾਹਮਣੇ ਆ ਕੇ ਰੁਕੀ। ਕਾਫੀ ਸਮਾਂ ਉਸ ਦੇ ਵਿੱਚੋਂ ਕੋਈ ਬਾਹਰ ਨਹੀਂ ਆਇਆ। ਮੈਨੂੰ ਲੱਗਿਆ ਕਿ ਸ਼ਾਇਦ ਕੋਈ ਵੈਸੇ ਹੀ ਖੜਾ ਹੋਵੇਗਾ, ਸੋ ਮੈਂ ਆਪਣੇ ਕੰਮ ਦੇ ਵਿੱਚ ਲੱਗਿਆ ਰਿਹਾ। ਮੇਰੇ ਦੁਕਾਨ ਦੇ ਉੱਤੇ ਕੰਮ ਕਰਨ ਵਾਲੇ ਕਾਮੇ ਵੀ ਆਉਣ ਲੱਗੇ। ਸੋ ਕੁਝ ਸਮਾਂ ਬਾਅਦ ਉਸ ਗੱਡੀ ਦੇ ਵਿੱਚੋਂ ਇੱਕ ਉੱਚਾ ਲੰਬਾ ਸਰਦਾਰ ਆਦਮੀ ਨਿਕਲਦਾ ਹੈ। ਪਗੜੀ ਧਾਰੀ ਸੀ, ਪਰ ਦਾੜਾ ਕਤਲ ਕੀਤਾ ਹੋਇਆ ਸੀ ਅਤੇ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਉਹ ਕੋਈ ਕਾਫੀ ਵੱਡਾ ਅਫਸਰ ਹੋਵੇ। ਉਸ ਦੀ ਪਰਸਨੈਲਿਟੀ ਤੋਂ ਇੰਜ ਹੀ ਲੱਗ ਰਿਹਾ ਸੀ। ਉਹ ਮੇਰੀ ਦੁਕਾਨ ਵੱਲ ਆਇਆ ਅਤੇ ਮੈਨੂੰ ਬੁਲਾ ਕੇ ਕਹਿਣ ਲੱਗਿਆ ਕਿ ਮੈਨੂੰ ਇੱਕ ਰੁਮਾਲਾ ਸਾਹਿਬ ਵਧੀਆ ਜਿਹਾ ਦਿਖਾਓ। ਮੈਂ ਉਸ ਨੂੰ ਰੁਮਾਲਾ ਸਾਹਿਬ ਦਿਖਾਏ। ਉਸ ਨੂੰ ਇੱਕ ਪਸੰਦ ਵੀ ਆ ਗਿਆ। ਉਹ ਰੁਮਾਲਾ ਸਾਹਿਬ ਫਾਈਨਲ ਕਰਕੇ ਉਸਨੇ ਉਸ ਦਾ ਮੁੱਲ ਪੁੱਛਿਆ ਤਾਂ ਮੈਂ ਕਿਹਾ 800 ਰੁਪਏ। ਤਾਂ ਉਹ ਕਹਿਣ ਲੱਗਿਆ ਕਿ ਠੀਕ ਲਗਾਓ। ਤਾਂ ਅਚਾਨਕ ਹੀ ਮੇਰੇ ਮੂੰਹੋਂ ਨਿਕਲ ਗਿਆ ਕਿ ਅੱਜ ਤੱਕ ਹੱਕ ਤੇ ਇਮਾਨਦਾਰੀ ਦਾ ਹੀ ਖਾਤਾ ਹੈ ਤੇ ਬਿਲਕੁਲ ਜਾਇਜ਼ ਹੀ ਮੰਗੇ ਨੇ। ਮੇਰੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲ ਹੀ ਸੀ ਕਿ ਉਸ ਦੇ ਹੱਥ ਦੇ ਵਿੱਚ ਫੜੇ 500 ਦੇ 2 ਨੋਟ ਟੇਬਲ ਦੇ ਉੱਤੇ ਹੀ ਡਿੱਗ ਗਏ ਅਤੇ ਉਸ ਦੀਆਂ ਅੱਖਾਂ ਸ਼ਾਇਦ ਨਮ ਜਿਹੀਆਂ ਜਾਪ ਰਹੀਆਂ ਸੀ। ਮੈਨੂੰ ਉਹ ਕਹਿਣ ਲੱਗਿਆ ਕਿ ਸਰਦਾਰ ਜੀ, ਜੇ ਹੱਕ ਤੇ ਇਮਾਨਦਾਰੀ ਦਾ ਖਾਤਾ ਹੈ ਤਾਂ ਹਮੇਸ਼ਾ ਇਸੇ ਤਰ੍ਹਾਂ ਹੀ ਰੱਖੋ ਅਤੇ ਆਪਣੇ ਬੱਚਿਆਂ ਨੂੰ ਵੀ ਅਜਿਹਾ ਹੀ ਬਣਾਓ। ਕਿਸੇ ਦੇ ਨਾਲ ਨਜਾਇਜ਼ ਨਾ ਕਰੋ। ਜੇ ਨਜਾਇਜ਼ ਕਰਦੇ ਹੋ ਤਾਂ ਰੱਬ ਇਨਸਾਫ ਇੱਥੇ ਹੀ ਕਰ ਦਿੰਦਾ ਹੈ ਅਤੇ ਮੇਰੇ ਵੀ ਪਾਪਾਂ ਦਾ ਫਲ ਉਸ ਮਹਿੰਗੀ ਤੇ ਸੋਹਣੀ ਦਿਖ ਰਹੀ ਗੱਡੀ ਦੇ ਵਿੱਚ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਇੰਜ ਇਹ ਕਿਉਂ ਕਹਿ ਰਿਹਾ ਹੈ ਅਤੇ ਅਜਿਹਾ ਕੀ ਹੈ ਉਸ ਗੱਡੀ ਦੇ ਵਿੱਚ ਜਿਸ ਨੂੰ ਇਹ ਆਪਣਾ ਪਾਪ ਦੱਸ ਰਿਹਾ ਹੈ। ਮੇਰੇ ਅੰਦਰ ਜਾਣਨ ਦੀ ਤੜਫ ਲੱਗੀ ਤੇ ਮੈਂ ਕਿਹਾ ਕਿ ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਮੇਰੇ ਕੋਲ ਬੈਠ ਸਕਦੇ ਹੋ। ਮੇਰੇ ਕਹਿਣ ਤੇ ਉਹ ਮੇਰੀ ਦੁਕਾਨ ਦੇ ਉੱਤੇ ਬੈਠ ਗਿਆ। ਮੈਂ ਉਸ ਨੂੰ ਪਾਣੀ ਦਿੱਤਾ ਅਤੇ ਕਿਹਾ ਕਿ ਸਰਦਾਰ ਜੀ, ਦਿਲ ਦੇ ਵਿੱਚ ਬੋਝ ਲੈ ਕੇ ਘੁੰਮ ਰਹੇ ਹੋ ਸਕਦਾ ਹੈ ਕਿ ਸ਼ਾਇਦ ਮੈਂ ਤੁਹਾਡੀ ਕੋਈ ਮਦਦ ਕਰ ਦੇਵਾਂ। ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਦੇਖਣ ਲੱਗਿਆ ਅਤੇ ਮੈਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਕੋਈ ਮਦਦ ਕਰ ਸਕਦੇ ਹੋ ਤਾਂ ਮੈਂ ਸੌਖਾ ਮਰ ਸਕਦਾ ਹਾਂ, ਪਰ ਪਹਿਲਾਂ ਮੇਰੀ ਕਹਾਣੀ ਸੁਣ ਲਵੋ ਤੇ ਫਿਰ ਮੇਰੀ ਮਦਦ ਕਰਨ ਦਾ ਵਾਅਦਾ ਕਰਿਓ। ਉਹ ਦੱਸਣ ਲੱਗਿਆ ਕਿ ਪੰਜਾਬ ਸਰਕਾਰ ਦੇ ਕਿਸੇ ਵਿਭਾਗ ਦੇ ਵਿੱਚ ਉਹ ਇੱਕ ਉੱਚ ਅਧਿਕਾਰੀ ਹੈ ਅਤੇ ਇਸ ਸਮੇਂ ਉਸ ਦੀ ਡਿਊਟੀ ਲੁਧਿਆਣੇ ਦੇ ਵਿੱਚ ਹੀ ਹੈ। ਉਸਨੇ ਕਿਹਾ ਕਿ ਮੈਂ ਗਰੀਬੀ ਦੇ ਵਿੱਚੋਂ ਨਿਕਲ ਕੇ ਪੜ੍ਹ ਲਿਖ ਕੇ ਇੱਕ ਅਫਸਰ ਬਣਿਆ ਅਤੇ ਸ਼ੁਰੂ ਤੋਂ ਹੀ ਮੈਂ ਬਹੁਤ ਰਿਸ਼ਵਤ ਲਈ। ਹਰ ਜਗ੍ਹਾ, ਹਰ ਪਾਸੇ, ਹਰ ਇੱਕ ਕੋਲੋਂ ਪੈਸੇ ਲਏ। ਵੱਡਾ ਅਫਸਰ ਵੀ ਬਣ ਗਿਆ। ਰਿਸ਼ਵਤ ਲੱਖਾਂ ਤੋਂ ਕਰੋੜਾਂ ਦੇ ਵਿੱਚ ਪਹੁੰਚ ਗਈ। ਕੋਈ ਗਰੀਬ ਅਮੀਰ ਨਹੀਂ ਦੇਖਿਆ ਅਤੇ ਆਪਣਾ ਬੈਂਕ ਅਕਾਊਂਟ ਭਰਨ ਦੇ ਉੱਤੇ ਚੱਲਦਾ ਰਿਹਾ। ਪਰਿਵਾਰ ਨੂੰ ਚਲਾਉਂਦਾ ਰਿਹਾ। ਮੇਰੀ ਪਤਨੀ ਨੂੰ ਵੀ ਸਭ ਕੁਝ ਪਤਾ ਸੀ। ਘਰ ਮਹਿੰਗੇ ਗਿਫਟ ਆਉਂਦੇ ਦੇਖ ਉਹ ਵੀ ਖੁਸ਼ ਹੁੰਦੀ ਸੀ। ਉਸਨੇ ਮੈਨੂੰ ਕਦੀ ਨਹੀਂ ਰੋਕਿਆ। ਮੇਰੇ 2 ਲੜਕੇ ਹਨ ਅਤੇ ਇੱਕ ਲੜਕੀ ਹੈ। ਇੱਕ ਵਾਰ ਮੇਰੇ ਕੋਲ ਇੱਕ ਕੇਸ ਆਇਆ ਜਿਸ ਦੇ ਵਿੱਚ ਮੈਂ ਗਰੀਬ ਘਰ ਵਾਲਿਆਂ ਨੂੰ ਬਹੁਤ ਪਰੇਸ਼ਾਨ ਕੀਤਾ ਪੈਸਿਆਂ ਦੇ ਲਈ, ਰਿਸ਼ਵਤ ਦੇ ਲਈ। ਪਰ ਨਾ ਤਾਂ ਉਹਨਾਂ ਦਾ ਕੋਈ ਕਸੂਰ ਸੀ ਤੇ ਨਾ ਹੀ ਉਹ ਪੈਸੇ ਦੇ ਸਕਦੇ ਸੀ। ਸ਼ਾਇਦ ਉਹ ਜ਼ਿਆਦਾ ਹੀ ਪਰੇਸ਼ਾਨੀ ਦੇ ਵਿੱਚ ਆ ਚੁੱਕੇ ਸੀ। ਉਹ ਸਾਰੇ ਪਰਿਵਾਰ ਨੇ ਤੰਗ ਆ ਕੇ ਆਤਮ ਹੱਤਿਆ ਕਰ ਲਈ ਤੇ ਸਾਰੇ ਹੀ ਮਾਰੇ ਗਏ। ਮੇਰੇ ਕੋਲੋਂ ਤੰਗ ਆ ਕੇ ਉਹ ਮਰੇ ਸੀ। ਅਸਲ ਦੇ ਵਿੱਚ ਮੈਂ ਹੀ ਉਹਨਾਂ ਦਾ ਹਥਿਆਰਾ ਸੀ। ਚਲੋ, ਮੈਨੂੰ ਕੋਈ ਦੁੱਖ ਨਹੀਂ ਸੀ ਤੇ ਨਾ ਹੀ ਕੋਈ ਪਛਤਾਵਾ ਸੀ। ਡਿਊਟੀ ਚੱਲਦੀ ਰਹੀ ਅਤੇ ਰਿਸ਼ਵਤ ਵੀ। ਬੱਚੇ ਵੱਡੇ ਹੋਏ ਪਰ ਮੈਂ ਆਪਣੇ ਪਰਿਵਾਰ ਦੇ ਉੱਤੇ ਧਿਆਨ ਨਾ ਦੇ ਸਕਿਆ। ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਮੇਰੀ ਪਤਨੀ ਨੂੰ ਕੋਈ ਭਿਆਨਕ ਰੋਗ ਹੈ। ਬਿਮਾਰ ਹੋਈ, ਪੈਸਾ ਲੱਗਿਆ ਪਰ ਉਸ ਨੂੰ ਬਚਾ ਨਾ ਸਕਿਆ ਤੇ ਆਖਰ ਉਹ ਮਰ ਗਈ। ਮੇਰੀ ਲੜਕੀ ਵਿਆਹੁਣ ਯੋਗ ਹੋਈ। ਵੱਡੇ ਘਰ ਦੇ ਵਿੱਚ ਉਸ ਦਾ ਵਿਆਹ ਕੀਤਾ। ਕਾਫੀ ਕਰੋੜਾਂ ਰੁਪਇਆ ਲਗਾਇਆ ਉਸ ਦੇ ਵਿਆਹ ਦੇ ਉੱਤੇ। ਪਰ 1 ਸਾਲ ਬਾਅਦ ਹੀ ਘਰ ਦੇ ਵਿੱਚ ਕਲੇਸ਼ ਰਹਿਣ ਲੱਗਿਆ ਅਤੇ ਤਲਾਕ ਹੋ ਗਿਆ। ਪਤਾ ਚੱਲਿਆ ਕਿ ਮੇਰੀ ਲੜਕੀ ਨੂੰ ਸ਼ਰਾਬ ਪੀਣ ਦੀ ਆਦਤ ਹੈ, ਜੋ ਕਿ ਮੈਨੂੰ ਵੀ ਨਹੀਂ ਪਤਾ ਸੀ ਤੇ ਉਹ ਹੁਣ ਮੇਰੇ ਘਰ ਹੀ ਬੈਠੀ ਹੋਈ ਹੈ। ਮੇਰੇ 2 ਲੜਕੇ ਹਨ, ਪੜ੍ਹਨੋਂ ਵੀ ਹਟ ਗਏ ਅਤੇ ਇੱਕ ਨੂੰ ਤਾਂ ਚਿੱਟੇ ਦੀ ਲੱਤ ਲੱਗ ਗਈ ਅਤੇ ਚਿੱਟੇ ਦਾ ਆਦੀ ਹੋ ਚੁੱਕਿਆ ਹੈ। ਹੁਣ ਤੱਕ ਮੈਂ ਉਹਨਾਂ ਨੂੰ ਹਟਾ ਵੀ ਨਹੀਂ ਸਕਦਾ ਅਤੇ ਉਹ ਮਰਨ ਕੰਢੇ ਪਏ ਹੋਏ ਨੇ। ਤੇ ਦੂਜਾ ਮੁੰਡਾ ਪੜ੍ਹਿਆ ਤਾਂ ਕਾਫੀ ਹੈ, ਆਸਟ੍ਰੇਲੀਆ ਵੀ ਗਿਆ ਸੀ, ਪਰ ਪਤਾ ਨਹੀਂ ਕੀ ਹੋਇਆ, ਉਸ ਨੂੰ ਦਿਮਾਗੀ ਪ੍ਰੋਬਲਮ ਆ ਗਈ ਅਤੇ ਉਹ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਰਹਿੰਦਾ ਹੈ। ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਨੇ ਸਾਰੀ ਉਮਰ ਪਾਪ ਕੀਤੇ, ਮੈਂ ਬਿਲਕੁਲ ਠੀਕ ਹਾਂ। ਮੈਨੂੰ ਕੁਝ ਵੀ ਨਹੀਂ ਹੋਇਆ। ਨਾ ਕੋਈ ਮੈਨੂੰ ਸਰੀਰਕ ਦੁੱਖ ਹੈ ਤੇ ਨਾ ਹੀ ਕੋਈ ਮਾਨਸਿਕ। ਹੌਲੀ ਸਭ ਕੁਝ ਮੈਂ ਸਮਝ ਗਿਆ ਕਿ ਪਰਮਾਤਮਾ ਨੇ ਸਭ ਕੁਝ ਮੇਰੇ ਪਾਪਾਂ ਨੂੰ ਮੇਰੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਹੈ। ਮੈਨੂੰ ਇਸ ਕਰਕੇ ਕੁਝ ਨਹੀਂ ਹੋਇਆ ਕਿਉਂਕਿ ਮੈਂ ਆਪਣੇ ਜਿਉਂਦੇ ਜੀ ਇਹ ਸਭ ਕੁਝ ਆਪਣੇ ਪਰਿਵਾਰ ਨੂੰ ਖਤਮ ਹੁੰਦਾ ਦੇਖ ਰਿਹਾ ਹਾਂ। ਨਾ ਤਾਂ ਮੈਂ ਜਿਉਂਦਿਆਂ ਵਿੱਚ ਹਾਂ ਤੇ ਨਾ ਹੀ ਮਰਿਆਂ ਦੇ ਵਿੱਚ ਸ਼ਾਮਲ ਹਾਂ। ਫਿਰ ਉਸ ਗੱਡੀ ਦੇ ਵੱਲ ਉਸਨੇ ਇਸ਼ਾਰਾ ਕਰਕੇ ਕਿਹਾ ਕਿ ਉਸ ਮਹਿੰਗੀ ਦਿਖ ਰਹੀ ਗੱਡੀ ਦੇ ਵਿੱਚ, ਜਿਸ ਦੀ ਕੀਮਤ 50 ਲੱਖ ਰੁਪਏ ਹੈ, ਉਸ ਗੱਡੀ ਦੇ ਵਿੱਚ ਮੇਰਾ ਪਾਪ, ਮੇਰਾ ਨਸ਼ੇੜੀ ਪੁੱਤ, ਇੱਕ ਮੇਰਾ ਪਾਗਲ ਪੁੱਤ ਤੇ ਮੇਰੀ ਇੱਕ ਤਲਾਕਸ਼ੁਦਾ ਲੜਕੀ ਬੈਠੀ ਹੋਈ ਹੈ। ਮੈਂ ਉਹਨਾਂ ਨੂੰ ਗੁਰਦੁਆਰੇ ਰੋਜ਼ ਲੈ ਕੇ ਆਉਂਦਾ ਹਾਂ ਕਿ ਸ਼ਾਇਦ ਮੇਰੇ ਗੁਨਾਹ ਬਖਸ਼ੇ ਜਾਣ ਤੇ ਮੈਨੂੰ ਆਪਣੇ ਗੁਨਾਹਾਂ ਦੇ ਉੱਤੇ ਪਛਤਾਵਾ ਵੀ ਹੈ। ਹੁਣ ਮੈਂ ਵੀ ਸੋਚਾਂ ਦੇ ਵਿੱਚ ਡੁੱਬ ਚੁੱਕਿਆ ਸੀ ਤੇ ਸਭ ਕੁਝ ਮੇਰੀ ਸਮਝ ਤੋਂ ਬਾਹਰ ਸੀ।
ਮੈਂ ਨਰਕਾਂ ਤੇ ਸਵਰਗਾਂ ਦੇ ਦਰਸ਼ਨ ਇਸ ਧਰਤੀ ਦੇ ਉੱਤੇ ਕਰ ਚੁੱਕਿਆ ਸੀ। ਉਹ ਅਫਸਰ ਮੈਨੂੰ ਕਹਿਣ ਲੱਗਿਆ ਕਿ ਹੁਣ ਮੇਰੀ ਮਦਦ ਕਰੋਗੇ, ਮੇਰੇ ਬੱਚੇ ਕਿਵੇਂ ਠੀਕ ਹੋਣਗੇ, ਮੇਰੇ ਪਾਪ ਕਿਵੇਂ ਖਤਮ ਹੋਣਗੇ, ਮੈਨੂੰ ਮਾਫੀ ਕਿਵੇਂ ਮਿਲੇਗੀ, ਮੈਨੂੰ ਕੀ ਕਰਨਾ ਚਾਹੀਦਾ ਹੈ। ਹੁਣ ਮੇਰੇ ਕੋਲ ਕੋਈ ਵੀ ਜਵਾਬ ਨਹੀਂ ਸੀ ਅਤੇ ਮੈਂ ਆਪਣੇ ਵਾਅਦੇ ਦਾ ਵੀ ਕੀ ਕਰਦਾ। ਮੇਰੀ ਖਾਮੋਸ਼ੀ ਦੇਖ ਕੇ ਉਹ ਸਰਦਾਰ ਅਫਸਰ ਉੱਠ ਕੇ ਚਲਿਆ ਗਿਆ ਤੇ ਕਹਿਣ ਲੱਗਿਆ ਕਿ ਮੈਂ ਵਾਪਸ ਆਵਾਂਗਾ ਅਤੇ ਆਪਣੀ ਗੱਡੀ ਲੈ ਕੇ ਚਲਿਆ ਗਿਆ। ਸੱਚ ਵਿੱਚ ਹੀ ਉਸ ਦੀ ਗੱਡੀ ਦੇ ਵਿੱਚ ਉਸ ਦੇ ਬੱਚੇ ਸਨ ਜੋ ਕਿ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਸੀ ਅਤੇ ਗੱਡੀ ਦੇ ਵਿੱਚੋਂ ਉਤਾਰ ਕੇ ਉਹ ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਗਿਆ। ਹੁਣ ਮੈਂ ਆਪਣਾ ਵਾਅਦਾ ਕਿਵੇਂ ਪੂਰਾ ਕਰਾਂ, ਉਸ ਦੀ ਮਦਦ ਕਿਵੇਂ ਕਰਾਂ? ਤੁਹਾਡੇ ਕੋਲ ਕੋਈ ਸੁਝਾਅ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਇੱਕ ਪਰਿਵਾਰ ਦੀ ਮਦਦ ਹੋ ਸਕਦੀ ਹੈ। ਹੋ ਸਕਦਾ ਹੈ ਕਿ ਪਰਮਾਤਮਾ ਤੁਹਾਡੇ ਵਿੱਚੋਂ ਬੋਲ ਕੇ ਉਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੋਵੇ। ਇਹ ਵੀ ਇੱਕ ਸੇਵਾ ਹੈ ਕਿਸੇ ਨੂੰ ਰਾਹ ਦਿਖਾਉਣਾ।